आप लिहो तुम कथा सुधारी। सतनाम श्री वाहिगुरु साहिब जी। तीन लोक मह आयस जिम कह, सुर नर नाग सुनत ही हित लह। तत छिन करहत सी बिद सारे, तोहे बाक नह को हटकारे। वाहिगुरू जी का खालसा, वाहिगुरू जी की फतेह। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਗੁਰੂ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਕਥਾ ਨਾਲ ਜੁੜ ਜਾਈਏ। ਜਦੋਂ ਔਰੰਗਜ਼ੇਬ ਨੇ ਸੱਦਾ ਭੇਜਿਆ, ਸਤਿਗੁਰੂ ਜੀ ਨੇ ਸਾਰੇ ਬੇਦੀ, ਤ੍ਰੇਹਣ, ਭੱਲੇ, ਸੋਢੀ ਸਾਹਿਬਜ਼ਾਦਿਆਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕਿ ਹੁਣ ਦਿੱਲੀ ਕੌਣ ਜਾਵੇਗਾ, ਕਿਉਂਕਿ ਅਸੀਂ ਤਾਂ ਉਸ ਤੁਰਕ ਦੇ ਮੱਥੇ ਲੱਗਣਾ ਨਹੀਂ ਚਾਹੁੰਦੇ, ਨਾ ਲੱਗਣਾ ਇਹ ਪਰਨ ਕੀਤਾ ਹੋਇਆ। ਹਮ ਨੇ ਮਲੇਸ਼ ਕੋ ਦਰਸ਼ਨ ਦੇ ਹੈ, ਜਿਸ ਨੇ ਆਪਣੇ ਪਿਤਾ ਮਾਤਾ, ਆਪਣੇ ਭੈਣ ਭਾਈ ਆਦਿਕ ਵੀ ਕਤਲ ਕਰ ਦਿੱਤੇ ਹਨ। ਇਹੋ ਜਿਹੇ ਜ਼ਾਲਮ ਦੁਸ਼ਟ ਬੰਦੇ, ਪਾਪੀ ਬੰਦੇ ਦੇ, ਸਵਾਰਥੀ ਬੰਦੇ ਦੇ ਦਰਸ਼ਨ ਅਸੀਂ ਨਹੀਂ ਕਰਨੇ। ਜੇ ਲੋੜ ਪਈ ਅਸੀਂ ਜੰਗ ਤਾਂ ਕਰ ਸਕਦੇ ਹਾਂ, ਪਰ ਉਹਦੇ ਦਰਸ਼ਨ ਨਹੀਂ ਕਰ ਸਕਦੇ। ਇਹ ਸੁਣ ਕੇ ਸਾਰਿਆਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਵੀ ਹੁਣ ਕਿਵੇਂ, ਉੱਥੇ ਕੌਣ ਜਾਵੇਗਾ। ਤਾਂ ਬਾਬਾ ਰਾਮ ਰਾਏ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਆ ਗਏ, ਕਹਿਣ ਲੱਗੇ ਉੱਥੇ ਜਾਣਾ ਜ਼ਰੂਰੀ ਚਾਹੀਦਾ ਹੈ। ਸਾਰਿਆਂ ਨੇ ਆਖਿਆ ਫਿਰ ਤੁਸੀਂ ਹੀ ਜਾਓ। ਇਹ ਕਥਾ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ। ਸਤਵੇਂ ਪਾਤਸ਼ਾਹ ਹੁਣ ਆਪਣੇ ਪੁੱਤਰ ਨੂੰ ਤਿਆਰ ਕੀਤਾ ਹੈ। ਕਹਿਣ ਲੱਗੇ ਤੇਰੀ ਰਸਨਾ 'ਤੇ ਗੁਰੂ ਨਾਨਕ ਸਾਹਿਬ ਬੋਲਣਗੇ, ਤਬ ਰਸਨਾ 'ਤੇ ਨਿਕਸੇ ਜੈਸੇ, ਤੈਸੇ ਹੋਏ ਮਿਟੈ ਨ ਕੈਸੇ। ਤੇਰੀ ਰਸਨਾ ਤੋਂ ਜੋ ਬੋਲ ਨਿਕਲੇਗਾ ਰਾਮ ਰਾਏ, ਉਹ ਪੂਰਾ ਹੋਵੇਗਾ। ਗੁਰੂ ਸਾਹਿਬ ਆਪ ਕਲਾ ਵਰਤਾਉਣਗੇ। ਬਾਬਾ ਰਾਮ ਰਾਏ ਜੀ ਨੂੰ ਸਾਰੀ ਪਾਵਰ ਦੇ ਕੇ, ਸ਼ਕਤੀ ਦੇ ਕੇ ਮਹਾਰਾਜ ਤੋਰ ਰਹੇ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਆਓ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਨ ਲੋਕ ਮਹ ਆਇਸ ਜਿਮ ਕਹ। ਮਹਾਰਾਜ ਕਹਿੰਦੇ ਪੁੱਤਰ ਰਾਮ ਰਾਏ, ਤਿੰਨਾਂ ਲੋਕਾਂ ਵਿੱਚ ਜਿਸ ਨੂੰ ਵੀ ਜੋ ਤੂੰ ਆਗਿਆ ਦੇਵੇਂਗਾ, ਸੁਰ ਨਰ ਨਾਗ ਸੁਨਤ ਹੀ ਹਿਤ ਲਹ। ਭਾਵੇਂ ਕੋਈ ਦੇਵਤੇ ਹੋਣ, ਭਾਵੇਂ ਮਨੁੱਖ ਹੋਣ, ਭਾਵੇਂ ਨਾਗ ਲੋਕ ਦੇ ਵਾਸੀ ਹੋਣ, ਸਾਰੇ ਸਤਿਕਾਰ ਨਾਲ ਤੇਰੀ ਆਗਿਆ ਮੰਨਣਗੇ। ਤਤ ਛਿਨ ਕਰਹਤ ਸੀ ਬਿਦ ਸਾਰੇ। ਉਸੇ ਤਰ੍ਹਾਂ ਹੀ ਸਾਰੇ ਕਰਨਗੇ। ਕੋਈ ਹੁਕਮ ਦੀ ਅਵਹੇਲਣਾ ਨਹੀਂ ਕਰੇਗਾ, ਕੋਈ ਹੁਕਮ ਦੀ ਉਲੰਘਣਾ ਨਹੀਂ ਕਰੇਗਾ। ਤੋਹਿ ਬਾਕ ਨਹਿ ਕੋ ਹਟਕਾਰੇ। ਤੇਰੇ ਬਚਨਾਂ ਨੂੰ ਕੋਈ ਮੋੜੇਗਾ ਨਹੀਂ। ਸਾਰੇ ਤੇਰੇ ਬਚਨ ਵਿੱਚ, ਤੇਰੇ ਕਹਿਣੇ ਵਿੱਚ ਚੱਲਣਗੇ। ਸੁਨ ਸ਼੍ਰੀ ਰਾਮ ਰਾਏ ਸੋ ਪ੍ਰਸੰਨ। ਇਹ ਬਚਨ ਸੁਣ ਕੇ ਬਾਬਾ ਰਾਮ ਰਾਏ ਜੀ ਬੜੇ ਪ੍ਰਸੰਨ ਹੋਏ। ਕਹਿ ਸ਼੍ਰੀ ਨਾਨਕ ਜੀ ਧੰਨ ਧੰਨ। ਤੇ ਬਾਬਾ ਰਾਮ ਰਾਏ ਜੀ ਦੇ ਮੁਖ ਤੋਂ ਬਚਨ ਨਿਕਲਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਤੀਨ ਲੋਕ ਮਹਿ ਮਹਦ ਪ੍ਰਤਾਪ। ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਤਿੰਨਾਂ ਲੋਕਾਂ ਵਿੱਚ ਵੱਡਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਚਾਹ ਸੋ ਕਰੈ ਉਥਾਪਨ ਥਾਪ। ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਚਾਹਣ ਸੋ ਕਰ ਸਕਦੇ ਨੇ। ਭਿਖਾਰੀ ਨੂੰ ਰਾਜ ਦੇ ਸਕਦੇ ਨੇ, ਰਾਜੇ ਤੋਂ ਭੀਖ ਮੰਗਾ ਸਕਦੇ ਨੇ। ਥਾਪ ਉਥਾਪਣ ਵਾਲੇ ਹਨ। ਸ਼੍ਰੀ ਹਰਿ ਰਾਏ ਪਿਤਾ ਕੇ ਆਗੇ। ਪਿਤਾ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਅੱਗੇ ਬੰਦਨ ਕੀਨ ਚਰਨ ਅਨੁਰਾਗੇ। ਬਾਬਾ ਰਾਮ ਰਾਏ ਜੀ ਨੇ ਬੜੇ ਪ੍ਰੇਮ ਨਾਲ ਖੜ ਕੇ ਅਰਦਾਸ ਕੀਤੀ ਤੇ ਮੱਥਾ ਟੇਕਿਆ। ਸਕਲ ਭਾਂਤ ਕੀ ਕੀਨ ਸਤਿਆਰੀ। ਤੇ ਹਰ ਤਰ੍ਹਾਂ ਦੀ ਤਿਆਰੀ ਦਿੱਲੀ ਜਾਣ ਦੀ ਕਰ ਲਈ ਬਾਬਾ ਰਾਮ ਰਾਏ ਜੀ ਨੇ। ਸ਼ਿਵ ਕਾ ਰਥ ਸੁੰਦਰ ਅਸਵਾਰੀ। ਬੜੀਆਂ ਸੋਹਣੀਆਂ ਪਾਲਕੀਆਂ, ਸੋਹਣੇ ਰੱਥ ਸਵਾਰ ਤਿਆਰੀ ਕਰ ਲਈ ਸਾਰਿਆਂ ਨੇ। ਨਾਲ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਨੂੰ ਵੀ ਕਹਿ ਦਿੱਤਾ ਹੈ। ਨਖ ਸ਼ਿਖ ਸਗਲ ਸ਼ਿੰਗਾਰਨ ਕਰੇ। ਸਾਰੇ ਘੋੜਿਆਂ ਦੀ ਮਾਲਸ਼ਾਂ ਹੋ ਗਈਆਂ ਨੇ। ਘੋੜਿਆਂ ਨੂੰ ਸਵਾਰਿਆ ਗਿਆ, ਸ਼ਿੰਗਾਰਿਆ ਗਿਆ ਹੈ। ਚਾਕਸ ਚਪਲ ਚਾਰ ਅਸ ਖਰੇ। ਬੜੇ ਸੋਹਣੇ ਬਲੀ ਚੰਚਲ ਘੋੜੇ ਰੱਥਾਂ ਵਿੱਚ ਜੋੜਨ ਵਾਸਤੇ ਤਿਆਰ ਕੀਤੇ ਹਨ। ਨਿਸਮਹਿ ਤਿਆਰੀ ਸਭ ਕਰ ਰਾਖੀ। ਰਾਤ ਵਿੱਚ ਸਾਰੀ ਤਿਆਰੀ ਕਰ ਲਈ, ਰਾਤੋਂ ਰਾਤ ਤਿਆਰੀ ਕਰ ਲਈ ਹੈ। ਹੋਤ ਪ੍ਰਭਾਤ ਗਮਨ ਕੇ ਕਾਂਖੀ। ਕਿਉਂਕਿ ਕੱਲ ਸਵੇਰੇ ਹੀ ਦਿੱਲੀ ਨੂੰ ਰਵਾਨਾ ਹੋ ਜਾਵਾਂਗੇ। ਭਾਈ ਬਹਿਲੋ ਕੇ ਗੁਰਦਾਸ। ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਗੁਰੂ ਮਹਾਰਾਜ ਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਸਿੱਖ ਹੋਏ ਨੇ।
ਜੋ ਲਾਲਾਂ ਵਾਲੇ ਸਰਵਰ ਤੋਂ ਹਟਾ ਕੇ ਗੁਰੂ ਸਾਹਿਬ ਨੇ ਗੁਰਸਿੱਖ ਬਣਾਏ ਸੀ ਤੇ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਿੱਚ ਭਾਈ ਬਹਿਲੋ ਜੀ ਨੇ ਬੜੀ ਕਰੜੀ ਸੇਵਾ ਨਿਭਾਈ ਸੀ। ਭਾਈ ਬਹਿਲੋ ਜੀ ਉਹਨਾਂ ਦੇ ਪੋਤਰੇ ਜਾਂ ਪੜਪੋਤਰੇ ਅਰਦੂ ਸਿਰ ਧਾਰਾ ਪਿਖ ਪਾਸ। ਇੱਕ ਤਾਂ ਭਾਈ ਗੁਰਦਾਸ ਸੀ, ਭਾਈ ਗੁਰਦਾਸ ਵੀ 4 ਹੋਏ ਨੇ ਸਾਧ ਸੰਗਤ ਜੀ। ਇੱਕ ਤਾਂ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ। ਇੱਕ ਗੁਰਦਾਸ ਭਾਈ ਬਹਿਲੋ ਦੇ ਪਰਿਵਾਰ ਵਿੱਚੋਂ ਹੋਏ ਨੇ, ਉਹ ਵੀ ਗੁਰੂ ਘਰ ਦੇ ਮੁਖੀਏ ਮਸੰਦ ਸਨ। ਤੇ ਉਹਨਾਂ ਦਾ ਭਰਾ ਸੀ ਤਾਰਾ ਚੰਦ। ਤਾਰਾ ਚੰਦ ਤੇ ਗੁਰਦਾਸ ਸਕੇ ਭਰਾ ਦੋਵੇਂ ਹੀ। ਸ਼੍ਰੀ ਹਰਿ ਰਾਏ ਸੰਗ ਇਹ ਕਰੇ। ਇਹ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਰਾਮ ਰਾਏ ਦੇ ਨਾਲ ਦਿੱਲੀ ਭੇਜਣ ਲਈ ਤਿਆਰ ਕੀਤੇ ਵੀ ਤੁਸੀਂ ਦੋਵਾਂ ਮੁਖੀ ਸਿੱਖਾਂ ਨੇ, ਇੱਕ ਤਾਂ ਤੁਸੀਂ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਮਹਾਨ ਸਿੱਖ ਭਾਈ ਬਹਿਲੋ ਦੇ ਪੜਪੋਤਰੇ ਹੋ, ਦੂਸਰਾ ਤੁਸੀਂ ਗੁਰੂ ਘਰ ਦੀ ਸਾਰੀ ਮਰਿਆਦਾ ਰੀਤੀ ਰਿਵਾਜ ਦੇ ਜਾਣੂ ਹੋ। ਇਹਨਾਂ ਦੋਵਾਂ ਮਸੰਦਾਂ ਨੂੰ ਮੁਖੀਆਂ ਨੂੰ ਮਹਾਰਾਜ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਤੋਰ ਦਿੱਤਾ ਹੈ। ਸਭ ਬਿਦ ਸਮਝ ਆਏ ਟਿਗ ਖਰੇ। ਕੋਲ ਖੜਾ ਕਰਕੇ ਗੁਰੂ ਸਾਹਿਬ 7ਵੇਂ ਪਾਤਸ਼ਾਹ ਨੇ ਭਾਈ ਬਹਿਲੋ ਜੀ ਦੇ ਪੋਤਰਿਆਂ ਨੂੰ ਪੜਪੋਤਰਿਆਂ ਨੂੰ ਭਾਈ ਗੁਰਦਾਸ ਤੇ ਭਾਈ ਤਾਰਾ ਚੰਦ ਨੂੰ ਸਮਝਾਇਆ ਹੈ। ਹਿਤ ਸੇਵਾ ਕੇ ਸੇਵਕ ਆਨ। ਹੋਰ ਸੇਵਾ ਕਰਨ ਵਾਸਤੇ ਨਾਲ ਸੇਵਾਦਾਰ ਵੀ ਦਿੱਤੇ ਨੇ, ਘੋੜਿਆਂ ਦੀ ਸੇਵਾ ਵਾਸਤੇ, ਲੰਗਰ ਦੀ ਸੇਵਾ ਵਾਸਤੇ 15 20 50 ਸੇਵਾਦਾਰ ਮਹਾਰਾਜ ਨੇ ਤਿਆਰ ਕਰਤੇ ਆ, ਨਾਲ ਫੌਜੀ ਸ਼ਸਤਰਧਾਰੀ ਯੋਧੇ ਵੀ ਤੁਸੀਂ ਨਾਲ ਜਾਣਾ ਬਾਬਾ ਰਾਮ ਰਾਏ ਜੀ ਦੇ ਦਿੱਲੀ ਤੱਕ। ਕਰੇ ਸਾਥ ਸਤਿਗੁਰੂ ਸਜਾਨ। ਸਤਿਗੁਰੂ ਜੀ ਨੇ ਇਹਨਾਂ ਨੂੰ ਸਾਥ ਤਿਆਰ ਕੀਤਾ, ਸੇਵਾਦਾਰ ਵੀ ਭੇਜੇ ਨੇ, ਕੁਝ ਸ਼ਸਤਰਧਾਰੀ ਘੋੜਸਵਾਰ ਫੌਜੀ ਯੋਧੇ ਵੀ ਭੇਜੇ ਨੇ। ਤਾਰਾ ਚੰਦ ਜਿਹੜਾ ਸੀ ਭਾਈ ਗੁਰਦਾਸ ਦਾ ਭਾਈ ਬਹਿਲੋ ਦਾ ਪੜਪੋਤਰਾ, ਇਹ ਕਹਿੰਦੇ ਤੀਰ ਅੰਦਾਜ਼ੀ 'ਚ ਬੜਾ ਪਹਿਲੇ ਨਾਮ ਮੰਨਿਆ ਜਾਂਦਾ ਸੀ, 1 ਨੰਬਰ 'ਤੇ। 6ਵੇਂ ਪਾਤਸ਼ਾਹ ਦੀ ਫੌਜ ਵਿੱਚ ਵੀ ਰਿਹਾ ਸੀ, 7ਵੇਂ ਪਾਤਸ਼ਾਹ ਦੀ ਫੌਜ ਵਿੱਚ ਵੀ ਰਿਹਾ ਸੀ। ਤੇ ਇਹ ਕਹਿੰਦੇ ਆ ਤਾਰਾ ਚੰਦ ਨੂੰ ਨਾਲ ਭੇਜਿਆ ਹੈ। ਔਰ ਬਿਖਿਆ ਸਈ ਅੰਦਨ ਛਬ ਕਰੀ। ਔਰ ਦਰਵਾਜ਼ੇ ਦੇ ਵਿੱਚ ਬਹੁਤ ਸਾਰੇ ਰੱਥ ਤਿਆਰ ਕਰਕੇ ਖੜੇ ਕਰਤੇ ਆ ਵੀ ਸਵੇਰੇ ਇਹਨਾਂ ਤੇ ਬਹਿ ਕੇ ਜਾਣਾ ਹੈ। ਜਗਮਗ ਚੌਹਦਿਸ਼ ਚਮਕਤ ਜ਼ਰੀ। ਜਿਹੜੇ ਰੱਥ ਤੇ ਬਾਬਾ ਜੀ ਨੇ ਬੈਠਣਾ ਹੈ ਉਹਦੀ ਬੜੀ ਸੁੰਦਰ ਸਜਾਵਟ ਕੀਤੀ ਹੈ, ਜਗਮਗ ਜਗਮਗ ਕਰਦਾ ਹੈ। ਬੜੇ ਸੁੰਦਰ ਜਰੀਦਾਰ ਝਾਲਰਾਂ ਵਾਲੀਆਂ ਝੁੱਲਾਂ ਉੱਤੇ ਪਾਈਆਂ ਹੋਈਆਂ ਹਨ। ਨਹਤ ਰੰਗ ਤਿਸ ਜੋਰਨ ਕਰੇ। ਕਹਿੰਦੇ ਉਹਦੇ ਵਿੱਚ ਅਜੇ ਘੋੜੇ ਨਹੀਂ ਜੋੜੇ, ਘੋੜੇ ਸਵੇਰੇ ਜੋੜਨੇ ਸਨ। ਜਦੋਂ ਸਵੇਰੇ ਤੁਰਨਗੇ ਰੱਥ ਨੂੰ ਲੈ ਕੇ ਉਦੋਂ ਘੋੜੇ ਜੋੜ ਕੇ ਤੁਰਨਗੇ। ਇਸ ਕਰਕੇ ਅਜੇ ਰੱਥ ਉੱਦਾਂ ਹੀ ਖੜਾ ਕੀਤਾ ਸੀ ਬਾਬਾ ਜੀ ਦੇ ਵਾਸਤੇ ਤਿਆਰ ਕਰਕੇ। ਪਾਵਹਿ ਜੀਨ ਤਿਨ ਹੋ ਪਰ ਖਰੇ। ਕਹਿੰਦੇ ਜਦੋਂ ਸਵੇਰੇ ਚੱਲਾਂਗੇ ਵਿੱਚ ਕਾਠੀ ਪਾ ਕੇ ਇਹਦੇ ਉੱਤੇ ਚੱਲਾਂਗੇ। ਰਾਮ ਰਾਏ ਇਤਨੇ ਮਹਿ ਆਇਓ। ਇੰਨੇ ਨੂੰ ਬਾਬਾ ਰਾਮ ਰਾਏ ਜੀ ਉੱਥੇ ਆ ਗਏ। ਸੁੰਦਰ ਸਿਆੰਦਨ ਪਰ ਚੜ ਗਇਓ। ਔਰ ਸੋਹਣੇ ਰੱਥ ਤੇ ਬਾਬਾ ਜੀ ਬੈਠ ਗਏ। ਭਾਵ ਜੇ ਘੋੜੇ ਜੋੜੇ ਨਹੀਂ ਸੀ, ਉੱਦਾਂ ਹੀ ਬਾਬਾ ਰਾਮ ਰਾਏ ਜੀ ਸੋਹਣੇ ਰੱਥ ਤੇ ਬੈਠ ਗਏ ਹਨ। ਸ਼੍ਰੀ ਹਰਿ ਰਾਏ ਆਪ ਪੁਨ ਆਏ। ਇੰਨੇ ਨੂੰ ਸਤਿਗੁਰੂ ਮਹਾਰਾਜ 7ਵੇਂ ਪਾਤਸ਼ਾਹ ਜੀ ਵੀ ਆ ਗਏ। ਲੋਕ ਹਜ਼ਾਰਾਂ ਹੋ ਭੇ ਤਿਸ ਥਾਏ। ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਜਦੋਂ ਬਾਬਾ ਰਾਮ ਰਾਏ ਦਾ ਰੱਥ ਤਿਆਰ ਕਰਕੇ ਖੜਾ ਕੀਤਾ ਸੀ, ਰੱਥ ਨੂੰ ਵੇਖਣ ਵਾਲੇ ਬਹੁਤ ਲੋਕ ਇਕੱਠੇ ਹੋ ਗਏ। ਚੜ ਕਰ ਚੱਲਹਿ ਹੇਰ ਨੇ ਕਾਜਾ। ਕਹਿੰਦੇ ਇਸ ਰੱਥ ਤੇ ਚੜ ਕੇ ਬਾਬਾ ਰਾਮ ਰਾਏ ਜੀ ਨੇ ਦਿੱਲੀ ਜਾਣਾ ਹੈ। ਉਸ ਰੱਥ ਨੂੰ ਵੇਖਣ ਵਾਸਤੇ ਵੀ ਰੱਥ ਠੀਕ ਹੈ, ਬੈਠਣ ਵਾਸਤੇ ਸੁਖਦਾਈ ਹੈ। ਉਸ ਰੱਥ ਵਿੱਚ ਬਾਬਾ ਰਾਮ ਰਾਏ ਜੀ ਆਪ ਹੀ ਸਵਾਰ ਹੋ ਗਏ। ਆਏ ਜਰਿਓ ਬਹੁ ਨਰਨ ਸਮਾਜਾ। ਤੇ ਬਹੁਤ ਸਾਰੇ ਲੋਕ ਵੇਖਣ ਵਾਲੇ ਵੀ ਉੱਥੇ ਆ ਜੁੜੇ ਹਨ। ਬਿਨ ਤਰੰਗ ਰਥ ਪਰ ਅਸਵਾਰੇ। ਸਾਧ ਸੰਗਤ ਜੀ ਉਸ ਰੱਥ ਦੇ ਉੱਤੇ ਅਜੇ ਘੋੜੇ ਵਿੱਚ ਨਹੀਂ ਜੋੜੇ, ਬਿਨਾਂ ਘੋੜਿਆਂ ਦੇ ਹੀ ਰੱਥ ਖੜਾ ਹੈ ਤੇ ਬਾਬਾ ਜੀ ਸਵਾਰ ਹੋ ਗਏ। ਮੁਖ ਤੇ ਬੋਲਿਓ ਚਲੋ ਅਗਾਰੇ। ਤੇ ਬਾਬਾ ਰਾਮ ਰਾਏ ਜੀ ਨੇ ਉੱਤੇ ਬਹਿ ਕੇ ਕਹਿਤਾ ਵੀ ਚੱਲ ਬਈ ਅੱਗੇ ਤੁਰ। ਤਤ ਛਿਨ ਸ਼ਬਦ ਗੰਭੀਰ ਉਠਾਏ। ਕਹਿੰਦੇ ਉਸੇ ਵੇਲੇ ਰੱਥ ਹਿੱਲਣ ਲੱਗ ਪਿਆ ਤੇ ਤੁਰ ਪਿਆ। ਸੇ ਅੰਦਨ ਮਗਗਮ ਨੀ ਸਹਸਾਏ। ਉਹ ਰੱਥ ਹੌਲੇ ਹੌਲੇ ਤੁਰਿਆ, ਜਿਵੇਂ ਸਟਾਰਟ ਹੁੰਦੀ ਹੈ ਗੱਡੀ, ਹੌਲੇ ਹੌਲੇ ਅਗਾਂ ਨੂੰ ਵੱਧਦੀ ਹੈ। ਤੇ ਰੱਥ ਕਹਿੰਦੇ ਨੇ ਬਾਬਾ ਰਾਮ ਰਾਏ ਜੀ ਦਾ ਬਿਨਾਂ ਘੋੜਿਆਂ ਦੇ ਕੀਰਤਪੁਰ ਸਾਹਿਬ ਦੀਆਂ ਗਲੀਆਂ 'ਚ ਘੁੰਮਣ ਲੱਗਾ ਹੈ।
ਕਿਤੀ ਦੂਰ ਲਗ ਫੇਰ ਮਰਿਓ ਹੈ। ਬਾਬਾ ਜੀ ਉਸ ਨੂੰ ਬਿਨਾਂ ਘੋੜਿਆਂ ਦੇ ਕਿੰਨੀ ਦੂਰ ਘੁਮਾ ਕੇ ਲੈ ਕੇ ਤੇ ਫਿਰ ਵਾਪਸ ਉੱਥੇ ਖੜਾ ਕਰ ਦਿੱਤਾ। ਲਖ ਅਚਰਜ ਔਰ ਹਰਖ ਭਰਿਓ ਹੈ। ਬੜਾ ਅਚਰਜ ਕੌਤਕ ਸੀ, ਸਾਰਿਆਂ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ। ਅਪਰ ਲੋਕ ਹੇਰਤ ਬਿਸਮਾਏ। ਸਾਰੇ ਵੇਖ ਕੇ ਹੈਰਾਨ ਹਨ ਵੀ ਬਿਨਾਂ ਘੋੜਿਆਂ ਦੇ ਰੱਥ ਕਿਵੇਂ ਚੱਲਿਆ ਜਾ ਰਿਹਾ ਹੈ ਬਾਬਾ ਰਾਮ ਰਾਏ ਜੀ ਦਾ। ਧੰਨ ਧੰਨ ਸਤਿਗੁਰੂ ਅਲਾਏ। ਧੰਨ ਸਤਿਗੁਰੂ ਨਾਨਕ ਦੇਵ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਿਰਾਏ ਸਾਹਿਬ ਜੀ, ਧੰਨ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ। ਇੱਦਾਂ ਸੰਗਤਾਂ ਧੰਨ ਧੰਨ ਜਪਦੀਆਂ ਹਨ। ਬਿਨ ਤਰੰਗ ਰਥ ਫਿਰ ਕਰ ਆਈ। ਬਿਨਾਂ ਘੋੜਿਆਂ ਦੇ ਰੱਥ ਜਿਹੜਾ ਹੈ ਉਹ ਫਿਰ ਕੇ ਆਇਆ ਹੈ। ਸ਼੍ਰੀ ਹਰਿ ਰਾਏ ਹੋ ਤੇਜ ਸਥਾਈ। ਗੁਰੂ ਹਰਿਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਸਨ, ਸੇਵਕ ਸਿੱਖ ਸੇਵਕ ਕੀ ਭੀੜ ਖਰੀ ਹੈ। ਸਾਰੇ ਸਿੱਖ ਵੀ ਉੱਥੇ ਖੜੇ ਸਨ, ਰੱਥ ਉੱਥੇ ਵਾਪਸ ਆ ਗਿਆ। ਸ਼ਕਤ ਦਿਖਾਏ ਬੁੱਧ ਹਰੀ ਹੈ। ਬਾਬਾ ਰਾਮ ਰਾਏ ਜੀ ਨੇ ਆਪਣੀ ਕਰਾਮਾਤ, ਆਪਣੀ ਸ਼ਕਤੀ ਦਿਖਾ ਕੇ ਸਾਰਿਆਂ ਦੀ ਮੱਤ ਹਰ ਲਈ ਹੈ। ਸਾਰੇ ਹੈਰਾਨ ਪਰੇਸ਼ਾਨ ਹਨ ਵੀ ਬਿਨਾਂ ਘੋੜਿਆਂ ਦੇ ਰੱਥ ਕਿਵੇਂ ਚੱਲਿਆ ਹੈ। ਦੇਖਤ ਸ਼੍ਰੀ ਸਤਿਗੁਰੂ ਅਲਾਈ। ਇਹ ਬਾਬਾ ਰਾਮ ਰਾਏ ਜੀ ਦੀ ਕਰਾਮਾਤ ਵੇਖ ਕੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੋਲੇ, ਅਜਮਤ ਕੋ ਆਗੈ ਬਹੁਥਾਈ। ਮਹਾਰਾਜ ਕਹਿੰਦੇ ਪੁੱਤਰ ਰਾਮ ਰਾਏ, ਕਰਾਮਾਤਾਂ ਦਿਖਾਉਣ ਵਾਸਤੇ ਅੱਗੇ ਬੜੀਆਂ ਥਾਵਾਂ ਨੇ, ਅਜੇ ਬੜਾ ਸਮਾਂ ਪਿਆ ਹੈ। ਜਦੋਂ ਲੋੜ ਪਏਗੀ ਉਦੋਂ ਇਹ ਕਰਾਮਾਤਾਂ ਦੀ ਵਰਤੋਂ ਕਰਿਆ ਜੇ। ਲੱਗਿਓ ਖਰਚ ਬੇ ਚਲਤਿਓ ਘਰ ਤੇ। ਤੁਸੀਂ ਅਜੇ ਘਰੋਂ ਤੁਰਦਿਆਂ ਸਾਰੀ ਕਰਾਮਾਤਾਂ ਦਾ ਖਰਚਾ ਕਰਨ ਲੱਗ ਪਏ ਹੋ। ਇੰਨਾ ਖੁੱਲ੍ਹਾ ਗੱਫਾ ਨਾ ਵਰਤਾਓ। ਜਦੋਂ ਲੋੜ ਪਵੇ ਉਦੋਂ ਹੀ ਕਰਾਮਾਤ ਦਿਖਾਈ ਦੀ ਹੈ। ਬਿਨਾਂ ਪ੍ਰਯੋਜਨ ਦੇ ਛੋਟੀਆਂ ਮੋਟੀਆਂ ਗੱਲਾਂ ਉੱਤੇ ਕਰਾਮਾਤ ਨਹੀਂ ਦਿਖਾਈ ਦੀ ਹੁੰਦੀ। ਨਿਕਸਿਓ ਨਾਹਿਨ ਅਬ ਲੋਪੁਰ ਤੇ। ਅਜੇ ਤਾਂ ਤੁਸੀਂ ਕੀਰਤਪੁਰ ਤੋਂ ਵੀ ਨਹੀਂ ਨਿਕਲੇ, ਦਿੱਲੀ ਤਾਂ ਬੜੀ ਦੂਰ ਹੈ, ਤੇ ਤੁਸੀਂ ਹੁਣੇ ਹੀ ਕਰਾਮਾਤਾਂ ਖਰਚਣੀਆਂ ਸ਼ੁਰੂ ਕਰ ਦਿੱਤੀਆਂ ਨੇ। ਧੀਰਜ ਧਰੋ ਥਾਨ ਜਿਸ ਚਾਹੋ। ਪੁੱਤਰ ਹੌਸਲਾ ਰੱਖੋ, ਜਿੱਥੇ ਵੀ ਜਾਣਾ ਹੈ ਨਾ, ਬਿਨਾਂ ਪ੍ਰਯੋਜਨ ਦੇ, ਬਿਨਾਂ ਮਤਲਬ ਦੇ ਕਰਾਮਾਤਾਂ ਨਹੀਂ ਦਿਖਾਣੀਆਂ। ਤਹ ਅਜਮਤ ਕੋ ਕਰ ਦਿਖ ਰਾਹੋ। ਹਾਂ, ਜਿੱਥੇ ਲੋੜ ਪਵੇਗੀ, ਜਿੱਥੇ ਵੇਖਿਆ ਵੀ ਸਰਦਾ ਨਹੀਂ, ਉੱਥੇ ਅਜਮਤ ਨਾਲ ਕਰਾਮਾਤ ਨਾਲ ਕਿਲਾ ਢਾਣਾ ਹੈ, ਪਰ ਬਿਨਾਂ ਮਤਲਬ ਦੇ ਕਰਾਮਾਤ ਨਹੀਂ ਦਿਖਾਣੀ। ਜਾਦੂਗਰੀ ਨਹੀਂ ਕਰਨੀ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਅਬ ਤੋ ਇਸ ਕੋ ਕਾਜ ਨ ਕੋਈ। ਹੁਣ ਤਾਂ ਇਹ ਕਰਾਮਾਤ ਦੀ ਕੋਈ ਲੋੜ ਨਹੀਂ ਸੀ ਇੱਥੇ। ਤੁਸੀਂ ਬਿਨਾਂ ਮਤਲਬ ਦੇ ਰੱਥ ਨੂੰ ਕਰਾਮਾਤ ਨਾਲ ਚਲਾਇਆ, ਸ਼ਕਤੀ ਨਾਲ, ਆਪਣੇ ਬਲ ਨਾਲ, ਆਤਮਿਕ ਬਲ ਨਾਲ। ਸਾਧ ਸੰਗਤ ਜੀ, ਰੂਹਾਨੀ ਬਲ ਹੁੰਦਾ ਹੈ। ਜਦੋਂ ਕਿਸੇ ਮਹਾਂਪੁਰਸ਼ ਦੀ ਬਿਰਤੀ ਇਕਾਗਰ ਹੋ ਜਾਂਦੀ ਹੈ, ਉਹ ਅਕਾਲ ਪੁਰਖ ਨਾਲ ਇੱਕਮਿਕ ਹੋ ਕੇ ਜੋ ਵੀ ਚਾਹੇ ਉਹ ਕਰ ਸਕਦਾ ਹੈ। ਇਹ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਸੀ। ਬਾਬਾ ਰਾਮ ਰਾਏ ਜੀ ਨੂੰ ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਸੱਤਵੇਂ ਪਾਤਸ਼ਾਹ ਜੀ ਨੇ। ਤਾਂ ਮਹਾਰਾਜ ਕਹਿੰਦੇ, ਇਸ ਕਰਕੇ ਪੁੱਤਰ ਇਸ ਖਜ਼ਾਨੇ ਨੂੰ ਸੰਭਾਲ ਕੇ ਵਰਤਣਾ ਹੈ। ਦੌਰਾਈ ਬਿਨ ਅਸ ਰਥ ਜੋਈ। ਜੋ ਬਿਨਾਂ ਘੋੜਿਆਂ ਦੇ ਤੁਸੀਂ ਰੱਥ ਦੌੜਾਈ ਹੈ, ਇਹ ਕਰਾਮਾਤ ਇੱਥੇ ਨਹੀਂ ਸੀ ਵਿਖਾਣੀ ਚਾਹੀਦੀ, ਇੱਥੇ ਲੋੜ ਨਹੀਂ ਸੀ। ਬਿਨਾਂ ਪ੍ਰਯੋਜਨ ਦੇ ਕੋਈ ਕੰਮ ਨਹੀਂ ਕਰੀਦਾ। ਜੇ ਦੇਖੀਏ ਵੀ ਸਰਦਾ ਹੀ ਨਹੀਂ, ਤਾਂ ਫਿਰ ਕੋਈ ਕਰਾਮਾਤ ਵਰਤੋਂ 'ਚ ਲਿਆਈ ਦੀ ਹੈ। ਸੁਨ ਸ਼੍ਰੀ ਰਾਮ ਰਾਏ ਨੇ ਕਹਿਓ। ਇਹ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਮੈਂ ਪਤਿਆਵਨ ਕੋ ਇਸ ਚਾਹਿਓ। ਇਹ ਪਿਤਾ ਜੀ, ਮੈਂ ਤਾਂ ਪਤਿਆਣਾ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ ਵੀ ਮੇਰੇ ਬਚਨਾਂ 'ਚ ਕਰਾਮਾਤ ਆਈ ਹੈ ਜਾਂ ਨਹੀਂ ਆਈ। ਅਬ ਮੇਰਾ ਨਿਸ਼ਚਾ ਟਿਕ ਗਇਓ। ਪਰ ਹੁਣ ਮੇਰਾ ਵਿਸ਼ਵਾਸ ਪੱਕਾ ਹੋ ਗਿਆ, ਮੇਰਾ ਨਿਸ਼ਚਾ ਟਿਕ ਗਿਆ। ਮੈਨੂੰ ਹੁਣ ਡਰ ਨਹੀਂ ਲੱਗੇਗਾ। ਹੁਣ ਮੈਂ ਜਿੱਥੇ ਵੀ ਜਾਵਾਂਗਾ, ਦਿੱਲੀ ਦਰਬਾਰ ਵਿੱਚ ਜਾਵਾਂਗਾ, ਜੋ ਵੀ ਕੰਮ ਮੈਂ ਕਰਨਾ ਹੋਏਗਾ ਉਹ ਕਰ ਸਕਾਂਗਾ। ਆਪਣੇ ਉੱਪਰ ਭਰੋਸਾ ਭਇਓ। ਹੁਣ ਮੈਨੂੰ ਆਪਣੇ ਤੇ ਭਰੋਸਾ ਹੋ ਗਿਆ, ਆਪਣੀ ਕਰਾਮਾਤ ਉੱਤੇ ਵਿਸ਼ਵਾਸ ਹੋ ਗਿਆ। ਪਿਤਾ ਜੀ, ਜੋ ਮੈਂ ਕਹਾਂ ਹੋਏ ਸਭ ਸਾਚੀ। ਜੋ ਮੈਂ ਕਹਾਂਗਾ ਉਹ ਸੱਚ ਹੋ ਜਾਏਗਾ, ਇਹ ਮੈਨੂੰ ਭਰੋਸਾ ਹੋ ਗਿਆ। ਕਿਉਂਕਿ ਆਪ ਜੀ ਨੇ ਕਿਹਾ ਵੀ ਤੇਰੀ ਰਸਨਾ ਤੋਂ ਨਿਕਲੇ ਬੋਲ ਖਾਲੀ ਨਹੀਂ ਜਾਣਗੇ। ਸੋ ਆਪ ਜੀ ਨੇ ਜੋ ਕਿਹਾ ਪਿਤਾ ਜੀ ਹੋ ਗਿਆ ਹੈ। ਇਸ ਕਰਕੇ ਮੈਂ ਬੜਾ ਖੁਸ਼ ਹਾਂ ਵੀ ਤੁਸੀਂ ਮੈਨੂੰ ਆਪਣੇ ਘਰ ਤੋਂ ਪੂਰੀ ਸ਼ਕਤੀ, ਪੂਰੀ ਪਾਵਰ ਦੇ ਕੇ ਦਿੱਲੀ ਭੇਜ ਰਹੇ ਹੋ। ਮੈਂ ਖਾਲੀ ਨਹੀਂ ਜਾ ਰਿਹਾ, ਬੜਾ ਕੁਝ ਲੈ ਕੇ ਜਾ ਰਿਹਾ ਹਾਂ। ਨਿਫਲ ਨ ਜਾਵਹਿ ਕਰੋ ਉਬਾਚੀ। ਬਸ ਇਹੀ ਕਿਰਪਾ ਰੱਖਿਆ ਜੇ ਕਿ ਮੇਰੇ ਬਚਨ ਖਾਲੀ ਨਾ ਜਾਣ। ਤੁਸੀਂ ਜੋ ਵਰ ਦੇ ਕੇ ਰੱਖੋਗੇ, ਆਸ਼ੀਰਵਾਦ ਦੇ ਕੇ ਰੱਖੋਗੇ, ਫਿਰ ਮੈਂ ਕਿਸੇ ਤੋਂ ਨਹੀਂ ਘਬਰਾਵਾਂਗਾ।
ਬਹਰੋ ਰਥ ਸੋ ਜੁਰੇ ਤੁਰੰਗ। ਫਿਰ ਸਾਧ ਸੰਗਤ ਜੀ ਇਹਨਾਂ ਨੂੰ ਘੋੜੇ ਵੀ ਆ ਗਏ ਤੇ ਘੋੜੇ ਰੱਥ ਦੇ ਵਿੱਚ ਜੋੜ ਦਿੱਤੇ ਗਏ ਕੋਤਲ ਅਪਰ ਪਾਲਕੀ ਸੰਗ। ਔਰ ਪਾਲਕੀਆਂ ਵੀ ਨਾਲ ਆ ਗਈਆਂ, ਕੋਤਲ ਘੋੜੇ ਵੀ ਆ ਗਏ। ਕੋਤਲ ਘੋੜੇ ਉਹ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਸਵਾਰੀ ਨਹੀਂ ਕਰਦਾ, ਉੱਦਾਂ ਹੀ ਸ਼ਿੰਗਾਰ ਕੇ ਨਾਲ ਲੈ ਜਾਂਦੇ ਨੇ। ਜੇ ਕੋਈ ਘੋੜਾ ਥੱਕ ਜਾਵੇ ਤੇ ਉਹਦੀ ਥਾਂ ਤੇ ਉਹਨਾਂ ਘੋੜਿਆਂ ਨੂੰ ਲਾ ਲੈਂਦੇ ਨੇ। ਕੋਤਲ ਘੋੜੇ ਵੀ ਲੈ ਲਏ ਬਾਬਾ ਜੀ ਦੀ ਸਵਾਰੀ ਲਈ, ਪਾਲਕੀਆਂ ਵੀ ਲੈ ਲਈਆਂ, ਰੱਥ ਵੀ ਲੈ ਲਏ, ਗੱਡੇ ਰੇੜੇ, ਕਿਉਂਕਿ ਬਾਬਾ ਜੀ ਇਕੱਲੇ ਥੋੜ੍ਹਾ ਚੱਲੇ ਸੀ, ਨਾਲ 150 ਸੇਵਾਦਾਰ, ਸਿੱਖ ਸੰਗਤਾਂ, ਯੋਧੇ, ਫੌਜੀ ਜਵਾਨ, ਘੋੜੇ, ਹਥਿਆਰ ਸਭ ਜਾਣੇ ਸਨ। ਦਿੱਲੀ ਜਾਣਾ ਸੀ, ਇਸ ਕਰਕੇ ਬਾਬਾ ਰਾਮ ਰਾਏ ਜੀ ਦੀ ਸਵਾਰੀ ਦਾ ਬੰਦੋਬਸਤ ਵਧੀਆ ਕੀਤਾ ਗਿਆ। ਨਾਲ ਜਿੰਨਾ ਵੀ ਲਸ਼ਕਰ ਜਾਣਾ ਸੀ, ਜਿੰਨੀਆਂ ਸੰਗਤਾਂ ਜਾਣੀਆਂ ਸੀ, ਉਹਨਾਂ ਨੇ ਵੀ ਆਪਣੇ ਆਪਣੇ ਵਾਹਨ ਤਿਆਰ ਕਰ ਲਏ ਹਨ। ਚਮਰ ਚਾਰ ਢੋਹਰਤ ਦਤ ਦੇਤ। ਬੜੇ ਸੁੰਦਰ ਚੌਰ ਬਰਦਾਰ ਚੌਰ ਕਰਨ ਵਾਸਤੇ ਨਾਲ ਲਏ ਹਨ। ਮਨਹੁ ਮਰਾਲ ਉਡਾਰੀ ਲੇਤ। ਮਾਨੋ ਹੰਸਾਂ ਦੀਆਂ ਉਡਾਰਾਂ ਉੱਡਦੀਆਂ ਹਨ। ਸਕਲ ਮਾਤ ਕਹ ਬੰਧਨ ਕਰੀ। ਬਾਬਾ ਰਾਮ ਰਾਏ ਜੀ ਸੁੰਦਰ ਬਸਤਰ ਸ਼ਸਤਰ ਪਹਿਨੇ ਹਨ, ਆਪਣੀਆਂ ਮਾਤਾਵਾਂ ਨੂੰ ਮੱਥਾ ਟੇਕਿਆ ਹੈ। ਹੇਰਤ ਸਤ ਪ੍ਰੇਮਾ ਤੁਰ ਖਰੀ। ਅਤੇ ਮਾਤਾਵਾਂ ਆਪਣੇ ਪਿਆਰੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਵਿਦਾ ਕਰਨ ਲਈ ਖੜੀਆਂ ਹਨ ਕੀਰਤਪੁਰ ਸਾਹਿਬ ਦਰਵਾਜ਼ੇ ਵਿੱਚ। ਪੁਨ ਸਤ ਗੁਰ ਜਹ ਸ਼੍ਰੀ ਹਰਿ ਰਾਏ। ਫਿਰ ਜਿੱਥੇ ਸਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਬਿਰਾਜਮਾਨ ਸਨ, ਨਮੋ ਕਰੀ ਯੁਤ ਪ੍ਰੇਮ ਸੋ ਪਾਏ। ਉਹਨਾਂ ਦੇ ਚਰਨਾਂ ਵਿੱਚ ਵੀ ਜਾ ਕੇ ਬਾਬਾ ਰਾਮ ਰਾਏ ਜੀ ਨੇ ਮੱਥਾ ਟੇਕਿਆ, ਬੜੇ ਪ੍ਰੇਮ ਨਾਲ ਨਮਸਕਾਰ ਕੀਤੀ ਹੈ। ਅਪਰ ਬੰਦਵੇ ਉਚਿਤ ਨਿਹਾਰੇ। ਹੋਰ ਸਾਰੇ ਜਿਹੜੇ ਬਜ਼ੁਰਗ ਸਨ, ਨਮਸਕਾਰ ਕਰਨ ਯੋਗ ਸਨ, ਵੱਡੇ ਸਨ, ਉਹਨਾਂ ਨੂੰ ਵੀ ਨਮਸਕਾਰ ਕੀਤੀ, ਪੈਰੀਂ ਹੱਥ ਲਾਇਆ, ਮੱਥਾ ਟੇਕਿਆ ਹੈ। ਅੱਜ ਕੱਲ੍ਹ ਦੇ ਸਾਧ ਸੰਗਤ ਜੀ ਕਿਸੇ ਨੂੰ ਸਿਖਾਉਂਦੇ ਹੀ ਨਹੀਂ ਵੀ ਵੱਡਿਆਂ ਛੋਟਿਆਂ ਨੂੰ ਪੈਰੀਂ ਹੱਥ ਲਾਉਣਾ ਜਾਂ ਨਹੀਂ ਲਾਉਣਾ, ਬਲਕਿ ਉਲਟਾ ਸਿਖਾਉਂਦੇ ਆ ਵੀ ਦੂਰ ਹੀ ਰਹੋ, ਅਤੇ ਜੇ ਕੋਈ ਆਉਂਦਾ ਵੀ ਹੈ ਤੇ ਦਾਦੇ ਦੇ ਸਿਰ ਤੇ ਪੋਤਾ ਅੱਜ ਕੱਲ੍ਹ ਪਿਆਰ ਦਿੰਦਾ ਹੈ, ਮੈਂ ਦੇਖਿਆ ਹੈ, ਗੋਡੀ ਹੱਥ ਨਹੀਂ ਲਾਉਂਦੇ। ਕਿਉਂਕਿ ਨਿਮਰਤਾ ਦਾ ਪਾਠ ਜਿਹੜਾ ਪੜ੍ਹਾਉਣਾ ਸੀ ਨਾ, ਗੁਰੂ ਮਹਾਰਾਜ ਨੇ ਬਚਨ ਕਿਹਾ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਉਹ ਤਾਂ ਗੁਰਮੰਤਰ ਅਸੀਂ ਗੁਰੂ ਦਾ ਸਿੱਖਿਆ, ਗੁਰੂ ਦਾ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਰੱਖ ਛੱਡਿਆ ਹੈ। ਪੜ੍ਹਦੇ ਨਹੀਂ, ਸੁਣਦੇ ਨਹੀਂ, ਕਮਾਉਂਦੇ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਇਹ ਮਰਜ਼ਾਦਾ ਹੈ। ਵੱਡਿਆਂ ਤੋਂ ਇਹ ਸਿੱਖੀ ਹੈ ਵੀ ਜਿਹੜਾ ਆਪਣੇ ਤੋਂ ਵੱਡਾ ਹੋਵੇ ਉਹਦੇ ਗੋਡੀ ਹੱਥ ਲਾਉਣਾ, ਪੈਰੀਂ ਹੱਥ ਲਾਉਣਾ, ਫਤਿਹ ਬੁਲਾਉਣੀ, ਸਤਿਕਾਰ ਦੇਣਾ, ਇੱਜ਼ਤ ਦੇਣੀ। ਬਾਬਾ ਰਾਮ ਰਾਏ ਜੀ ਨੇ ਜਿੱਥੇ ਆਪਣੀਆਂ ਮਾਤਾਵਾਂ ਨੂੰ ਮੱਥਾ ਟੇਕਿਆ, ਆਪਣੇ ਪਿਤਾ ਜੀ ਨੂੰ ਮੱਥਾ ਟੇਕਿਆ, ਆਪਣੇ ਵੱਡੇ 6ਵੇਂ ਪਾਤਸ਼ਾਹ ਦੇ ਦਰਬਾਰ ਕਵਤਾਲਪੁਰੀ ਨੂੰ ਮੱਥਾ ਟੇਕਿਆ, ਗੁਰੂ ਬਾਬਾ ਗੁਰਦਿੱਤਾ ਜੀ ਦੇ ਦਿਓਰੇ ਸਾਹਿਬ 'ਤੇ ਮੱਥਾ ਟੇਕਿਆ, ਸਾਰੇ ਅਸਥਾਨਾਂ ਦੇ ਦਰਸ਼ਨ ਮੇਲੇ, ਖੁਸ਼ੀਆਂ ਲੈ ਕੇ ਬਜ਼ੁਰਗਾਂ ਨੂੰ ਮਿਲ ਕੇ ਫਿਰ ਰਵਾਨਾ ਹੋਏ ਹਨ। ਕ੍ਰਮ ਤੇ ਚਰਨ ਬੰਦ ਕਰ ਸਾਰੇ। ਸਾਰਿਆਂ ਨੂੰ, ਵੱਡਿਆਂ ਨੂੰ, ਬਜ਼ੁਰਗਾਂ ਨੂੰ, ਮਾਈਆਂ ਨੂੰ ਮੱਥਾ ਟੇਕ ਕੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈ ਕੇ ਕਰਤ ਭਇਓ ਉਤਸਾਹ ਚੱਲਨ ਕੋ। ਤੇ ਬਾਬਾ ਰਾਮ ਰਾਏ ਜੀ, ਕਿਉਂਕਿ ਬਾਬਾ ਜੀ ਦੀ ਉਮਰ ਕੋਈ ਬਹੁਤੀ ਨਹੀਂ ਸੀ, ਅਜੇ ਦਾੜੀ ਵੀ ਨਹੀਂ ਸੀ ਆਈ, ਮੁੱਛਾਂ ਵੀ ਨਹੀਂ ਸੀ ਫੁੱਟੀਆਂ, ਕੁਮਾਰ ਅਵਸਥਾ ਸੀ। ਜਵਾਨੀ ਵੀ ਅਜੇ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਜਵਾਨੀ 16-17 ਸਾਲਾਂ ਤੋਂ ਬਾਅਦ ਆਉਂਦੀ ਹੈ। ਅਜੇ ਉਮਰ ਇਸ ਤੋਂ ਵੀ ਘੱਟ ਸੀਗੀ, ਤੇ ਬੜੇ ਸੋਹਣਾ ਸੁੰਦਰ ਬੜਾ ਸਰੂਪ ਸੀ ਬਾਬਾ ਜੀ ਦਾ। ਆਪ ਜੀ ਦਿੱਲੀ ਨੂੰ ਤਿਆਰ ਹੋਏ ਨੇ। ਸਜਲ ਕਰਤ ਲੋਚਨ ਪਲਕਨ ਕੋ। ਤੇ ਉਸ ਵੇਲੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ ਨੇ। ਸਾਰਿਆਂ ਦੇ ਮਨ ਵਿੱਚ, ਮਾਤਾਵਾਂ ਦੇ, ਬੀਬੀਆਂ ਜਿਹੜੀਆਂ ਬਜ਼ੁਰਗ ਸਨ, ਜਾਂ ਹੋਰ ਵੀ ਜਿਹੜੇ ਬਾਬਾ ਰਾਮ ਰਾਏ ਜੀ ਨਾਲ ਪ੍ਰੇਮ ਕਰਨ ਵਾਲੇ ਸਨ ਗੁਰਸਿੱਖ, ਸਾਰਿਆਂ ਨੂੰ ਇਹ ਵਿਛੋੜਾ ਮਹਿਸੂਸ ਹੋਇਆ ਵੀ ਪਤਾ ਨਹੀਂ ਕਦੋਂ ਆਉਣਗੇ। ਸਾਲ ਬਾਅਦ ਆਉਂਦੇ ਆ, 2 ਸਾਲ ਨੂੰ ਆਉਂਦੇ ਆ, ਉੱਥੇ ਦਿੱਲੀ 'ਚ ਪਤਾ ਨਹੀਂ ਕੀ ਵਰਤਾਰਾ ਹੋਵੇਗਾ। ਇਸ ਕਰਕੇ ਇਸ ਵਿਛੋੜੇ ਦੀ ਘੜੀ ਵਿੱਚ ਸਾਰਿਆਂ ਦੇ ਨੇਤਰਾਂ ਵਿੱਚ ਬਾਬਾ ਜੀ ਦੇ ਵਿਛੋੜੇ ਕਰਕੇ ਥੋੜ੍ਹਾ ਜਿਹਾ ਮਹਿਸੂਸ ਹੋਇਆ ਹੈ, ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ ਨੇ। ਕੀਰਤਪੁਰ ਤੇ ਹੋਏ ਅਰੂੜ। ਔਰ ਕੀਰਤਪੁਰ ਸਾਹਿਬ ਤੋਂ ਰਵਾਨਾ ਹੋ ਕੇ ਮਾਰਗ ਗਮਨਿਓ ਆਗੈ ਗੂੜ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਕੀਰਤਪੁਰ ਤੋਂ
ਰਵਾਨਾ ਹੋ ਗਏ ਨੇ, ਰੱਥਾਂ ਤੇ ਬੈਠ ਕੇ ਚੱਲ ਪਏ ਨੇ। ਦਿੱਲੀ ਪੁਰ ਕੇ ਸਨਮੁਖ ਗਵਨਾ, ਜਿਹੜਾ ਰਸਤਾ ਦਿੱਲੀ ਨੂੰ ਜਾਂਦਾ ਹੈ ਕੀਰਤਪੁਰ ਸਾਹਿਬ ਤੋਂ, ਉਸ ਰਾਹ ਨੂੰ ਤੁਰ ਪਏ ਨੇ। ਸਰਬ ਸਰੀਰ ਰੂਪ ਜਸ ਰਵਨਾ, ਬੜਾ ਸੋਹਣਾ ਸਰੂਪ ਸੀ, ਬਹੁਤ ਹੀ ਸੁੰਦਰ ਸੀ। ਦਰਸ਼ਨ ਦੇਖਦਿਆਂ ਹੀ ਮਨ ਮੋਹਿਆ ਜਾਂਦਾ ਸੀ, ਕਿਉਂਕਿ ਵੱਡੇ ਸਤਿਗੁਰਾਂ ਤੋਂ ਹੀ ਇਹ ਖਾਨਦਾਨ ਬਹੁਤ ਸੁੰਦਰ ਸਰੂਪ ਵਾਲੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਉਹਨਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਸਪੁੱਤਰ ਗੁਰੂ ਹਰਿਰਾਏ ਸਾਹਿਬ ਜੀ, ਅਤੇ ਉਹਨਾਂ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਹਨ। ਸੋ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਗੁਰੂ ਰਾਮਦਾਸ ਜੀ ਦੀ 5ਵੀਂ ਪੀੜ੍ਹੀ 6ਵੀਂ ਪੀੜ੍ਹੀ ਹਨ। ਉਹ ਬੜੇ ਸੁੰਦਰ ਸਰੂਪ ਹਨ। ਡੇਰਾ ਪ੍ਰਥਮ ਸੋ ਰੋਪੜ ਕਰਿਓ, ਪਹਿਲਾ ਪੜਾਅ ਰੋਪੜ ਸ਼ਹਿਰ ਵਿੱਚ ਕੀਤਾ ਹੈ। ਖਾਨ ਪਾਨ ਨਿੰਦਰਾ ਰਸ ਢਰਿਓ, ਔਰ ਇੱਥੇ ਗੁਰਦੁਆਰਾ ਸਦਾ ਵਰਤ ਹੈ, ਇੱਥੇ ਹੀ ਪੜਾਅ ਕਰਿਆ ਕਰਦੇ ਸਨ ਰੋਪੜ ਦੇ ਵਿੱਚ। 5ਵੀਂ 6ਵੀਂ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਇੱਥੇ ਪੜਾਅ ਹੋਏ ਨੇ। ਇੱਥੇ ਬਾਬਾ ਰਾਮ ਰਾਏ ਜੀ ਰੁਕ ਕੇ ਲੰਗਰ ਪ੍ਰਸ਼ਾਦਾ ਬਣਵਾ ਕੇ ਛਕਿਆ ਹੈ ਸਾਰੀ ਫੌਜ ਸਮੇਤ। ਭਈ ਪ੍ਰਭਾਤ ਕੂਚ ਕਰ ਚੱਲੇ, ਰਾਤ ਰਹਿ ਕੇ ਸਵੇਰੇ ਉੱਠ ਕੇ ਰੋਪੜ ਤੋਂ ਚੱਲ ਪਏ ਨੇ। ਬਾਹਨ ਨਰ ਸੇਵਕ ਸੰਗ ਭਲੇ, ਨਾਲ ਸਾਧ ਸੰਗਤ ਜੀ ਘੋੜੇ ਨੇ, ਰੱਥ ਨੇ ਔਰ ਸੇਵਾਦਾਰ ਨੇ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੀ ਫੌਜ ਸਮੇਤ ਤੁਰੇ ਜਾਂਦੇ ਨੇ। ਇਸੀ ਪ੍ਰਕਾਰ ਨਿਸਾ ਜਬ ਹੋਏ, ਜਦੋਂ ਰਾਤ ਪੈ ਜਾਂਦੀ ਹੈ ਕਰਹਿ ਸਿਵਰ ਸੁਖ ਸੋ ਰਹਿ ਸੋਏ, ਤਾਂ ਡੇਰਾ ਕਰ ਲੈਂਦੇ ਨੇ, ਸੁੱਖ ਦੇ ਨਾਲ ਸੌਂਦੇ ਨੇ। ਕੇਤਕ ਦਿਨ ਮੈਂ ਕਰਮ ਕਰਮ ਕਰਕੇ, ਕੁਝ ਦਿਨਾਂ ਵਿੱਚ ਕਦਮ ਕਦਮ ਕਰਕੇ ਸਾਰਾ ਪਿੰਡ ਤੈਅ ਕਰ ਲਿਆ, ਸਾਰਾ ਸਫਲ ਮੁਕੰਮਲ ਕਰ ਲਿਆ ਹੈ। ਮਾਰਗ ਉਲੰਘੇ ਦੇਸ਼ ਨਿਹਰ ਕੇ, ਔਰ ਸਾਧ ਸੰਗਤ ਜੀ ਦੇਸ਼ ਵੇਖਦੇ ਵੇਖਦੇ ਚਲੇ ਗਏ ਹਨ। ਗ੍ਰਾਮ ਨਗਰ ਜੇ ਤੱਕ ਮਗ ਆਏ, ਰਸਤੇ 'ਚ ਜਿੰਨੇ ਵੀ ਪਿੰਡ ਸ਼ਹਿਰ ਆਏ ਹਨ, ਰਸਤੇ 'ਚ ਕਈ ਨਗਰਾਂ ਵਿੱਚ ਪੜਾਅ ਮਿਲਦੇ ਵੀ ਹਨ। ਪਟਿਆਲੇ ਦੇ ਕੋਲ ਇੱਕ ਬੜਾ ਵੱਡਾ ਪਿੰਡ ਹੈ ਦੌਣ ਕਲਾਂ, ਉੱਥੇ ਬਾਬਾ ਰਾਮ ਰਾਏ ਜੀ ਦੇ ਚਰਨਾਂ ਦੇ ਜੋੜੇ ਵੀ ਰੱਖੇ ਹੋਏ ਨੇ, ਗੁਰਦੁਆਰਾ ਬਣਿਆ ਹੋਇਆ। ਪ੍ਰਬੰਧ ਬਾਬਾ ਰਾਮ ਰਾਏ ਜੀ ਦੀ ਸੰਗਤ ਕੋਲ ਹੈ, ਰਾਮ ਰਾਈਆਂ ਕੋਲ ਹੈ। ਕਹਿੰਦੇ ਨੇ ਉੱਥੇ ਵੀ ਬਾਬਾ ਰਾਮ ਰਾਏ ਜੀ ਕੁਝ ਸਮਾਂ ਰਹਿ ਕੇ ਉੱਥੇ ਇੱਕ ਮੁਰਦਾ ਜਿੰਦਾ ਕਰਕੇ ਵੀ ਗਏ ਸਨ, ਐਸਾ ਵੀ ਬਚਨ ਆਉਂਦਾ ਹੈ। ਹੋਰ ਵੀ ਕਈ ਪੜਾਅ ਹਨ, ਘੁੜਾਣੀ ਪਿੰਡ ਵਿੱਚ ਵੀ ਕਹਿੰਦੇ ਹਨ, ਪਰ ਪੱਕਾ ਟਿਕਾਣਾ ਇਤਿਹਾਸ ਅਜੇ ਸਾਨੂੰ ਨਹੀਂ ਮਿਲਦਾ ਕਿੱਥੇ ਕਿੱਥੇ ਠਹਿਰੇ ਹਨ। ਪਰ ਦਿੱਲੀ ਜਾ ਪਹੁੰਚੇ ਹਨ। ਦੇਖਤ ਚੱਲੇ ਜਾਤ ਅਗਵਾਏ, ਕਈ ਪਿੰਡਾਂ ਸ਼ਹਿਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ, ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਦਿੱਲੀ ਨੂੰ ਜਾ ਰਹੇ ਹਨ। ਹਾਸ ਬਿਲਾਸ ਆਨੰਦਿਤ ਹੋਏ, ਬੜੇ ਹਾਸ ਬਿਲਾਸ ਖੁਸ਼ ਹੋ ਕੇ, ਕਿਉਂਕਿ ਬਾਬਾ ਜੀ ਦਾ ਸੁਭਾਅ ਵੀ ਆਪਣੇ ਪਿਤਾ ਜੀ ਤਰ੍ਹਾਂ ਬੜਾ ਹਸਮੁਖ ਸੀਗਾ। ਇਸ ਤਰ੍ਹਾਂ ਬੜੀ ਬਾਲ ਚੋਜ ਕਰਦੇ ਹੋਏ, ਲੀਲਾ ਕਰਦੇ ਹੋਏ ਕਿਤੇ ਸ਼ਿਕਾਰ ਖੇਡਣ ਲੱਗ ਜਾਂਦੇ ਹਨ, ਕਿਤੇ ਘੋੜੇ ਦੌੜਾਉਂਦੇ ਹਨ, ਕਿਤੇ ਰਾਤ 2 ਰਾਤਾਂ ਰਹਿੰਦੇ ਹਨ, ਕਿਤੇ ਫਿਰ ਅੱਗੇ ਨੂੰ ਤੁਰ ਪੈਂਦੇ ਹਨ। ਕਥਾ ਕੀਰਤਨ ਨਾਮ ਬਾਣੀ ਸੇਵਾ ਸਿਮਰਨ ਦਾ ਸੰਗਤਾਂ ਵਿੱਚ ਪ੍ਰਚਾਰ ਕਰਦੇ ਬਾਬਾ ਰਾਮ ਰਾਏ ਜੀ ਦਿੱਲੀ ਜਾ ਰਹੇ ਹਨ। ਦਿਨ ਗਮ ਨੇ ਨਿਸ ਸੁਖ ਸੋ ਸੋਏ, ਦਿਨੇ ਸਫ਼ਰ ਕਰਦੇ ਨੇ, ਰਾਤ ਨੂੰ ਜਿੱਥੇ ਵੀ ਰਾਤ ਪੈਂਦੀ ਕਿਸੇ ਨਗਰ ਪਿੰਡ ਵਿੱਚ, ਉੱਥੇ ਸੰਗਤਾਂ ਇਲਾਕੇ ਦੀਆਂ ਆ ਜਾਂਦੀਆਂ ਨੇ ਅਤੇ ਬਾਬਾ ਜੀ ਦਾ ਸਵਾਗਤ ਕਰਦੀਆਂ ਨੇ। ਕਈ ਰੋਕ ਲੈਂਦੇ ਆ ਵੀ 2 ਦਿਨ ਸਾਡੇ ਕੋਲ ਲਾ ਕੇ ਜਾਓ, ਕਿਤੇ 1 ਰਾਤ, ਕਿਤੇ 2 ਰਾਤਾਂ ਠਹਿਰ ਕੇ ਬਾਬਾ ਰਾਮ ਰਾਏ ਜੀ ਤੁਰ ਪੈਂਦੇ ਹਨ। ਨੌਰੰਗ ਦੂਤ ਸੰਗ ਨਿਜ ਲੀਏ, ਔਰੰਗਜ਼ੇਬ ਬਾਦਸ਼ਾਹ ਆਪਣੇ ਦੂਤ ਭੇਜੇ ਹੋਏ ਸਨ ਵੀ ਗੁਰੂ ਸਾਹਿਬ ਨੂੰ ਲੈ ਕੇ ਆਉਣਾ, ਉਸ ਦੂਤ ਨੂੰ ਵੀ ਨਾਲ ਹੀ ਲਈ ਜਾਂਦੇ ਨੇ। ਦਿੱਲੀ ਨਗਰ ਪ੍ਰਵੇਸ਼ਨ ਕੀਏ, ਔਰ ਫਿਰ ਦੂਤ ਨੇ ਖਬਰ ਭੇਜਤੀ ਵੀ ਬਾਬਾ ਰਾਮ ਰਾਏ ਜੀ ਦਿੱਲੀ ਆ ਰਹੇ ਨੇ। ਦਿੱਲੀ ਦੇ ਵਿੱਚ ਪਹੁੰਚ ਗਏ ਹਨ ਦੂਤ ਨੂੰ ਲੈ ਕੇ। ਤਤਛਿਨ ਦੂਤ ਅਗਾਊ ਗਇਓ, ਉਹ ਦੂਤ ਪਹਿਲਾਂ ਬਾਦਸ਼ਾਹ ਨੂੰ ਖਬਰ ਦੇਣ ਲਈ ਗਿਆ, 1-2 ਪੜਾਅ ਬਾਬਾ ਜੀ ਤੋਂ ਛੁੱਟੀ ਲੈ ਕੇ ਵੀ ਮੈਂ ਜਾ ਕੇ ਬਾਦਸ਼ਾਹ ਨੂੰ ਦੱਸ ਦਿਆਂ ਵੀ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਆ ਰਹੇ ਨੇ। ਸੁਧ ਆਵਨ ਕੀ ਦੇਤ ਸੋ ਭਇਓ, ਉਹਨੇ ਜਾ ਕੇ ਬਾਦਸ਼ਾਹ ਨੂੰ ਬਾਬਾ ਜੀ ਦੇ ਆਉਣ ਦੀ ਖਬਰ ਦਿੱਤੀ ਹੈ। ਜੋ ਸਤ ਗਰਗਾਦੀ ਪਰ ਬੈਸੇ, ਇਹ ਦੱਸਿਆ ਵੀ ਜੋ ਇਸ ਵੇਲੇ ਗੁਰੂ ਸਾਹਿਬ ਗੱਦੀ ਦੇ ਮਾਲਕ ਹਨ, ਗੁਰੂ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ, ਇਤਕੋ ਸੋ ਨਹ ਆਵਤ ਕੈਸੇ, ਉਹ ਨਹੀਂ ਆਉਂਦੇ, ਉਹਨਾਂ ਨੇ ਨਹੀਂ ਆਉਣਾ ਦਿੱਲੀ 'ਚ। ਉਹਨਾਂ ਦਾ ਪਰਪਰਨ ਹੈ ਵੀ ਉਹ ਦਿੱਲੀ ਆਉਣਗੇ ਨਹੀਂ। ਪੁੱਤਰ ਆਪਨੋ ਪਠਬੇ ਕਰਿਓ, ਉਹਨਾਂ ਨੇ ਆਪਣਾ ਸਾਹਿਬਜ਼ਾਦਾ ਵੱਡਾ ਪੁੱਤਰ ਬਾਬਾ ਰਾਮ ਰਾਏ ਜੀ
ਉਹਨਾਂ ਨੂੰ ਭੇਜਿਆ ਹੈ। ਮੋਹ ਸੰਗ ਐਸੋ ਬਕ ਉਚਰਿਓ, ਔਰ ਮੈਨੂੰ ਇਹ ਬਚਨ ਕਹੇ ਹਨ ਅਜਮਤ ਸ਼ਾਹ ਚ ਹੈ ਜੋ ਲਈ। ਵੀ ਗੁਰੂ ਘਰ ਦੀ ਜੋ ਕਰਾਮਾਤ, ਗੁਰੂ ਘਰ ਦੀ ਜੋ ਸ਼ਕਤੀ, ਗੁਰੂ ਘਰ ਪ੍ਰਤੀ ਜੋ ਕੋਈ ਸ਼ੰਕਾ ਹੈ, ਉਹ ਬਾਦਸ਼ਾਹ ਬਾਬਾ ਰਾਮ ਰਾਏ ਕੋਲੋਂ ਪੁੱਛ ਲਵੇ। ਬਾਦਸ਼ਾਹ ਦੀ ਤਸੱਲੀ ਗੁਰੂ ਦਾ ਸਾਹਿਬਜ਼ਾਦਾ ਕਰਾ ਦੇਵੇਗਾ। ਸੋ ਹਮ ਨੇ ਨਿਜ ਸੁਤ ਕੋ ਦਈ। ਮਹਾਰਾਜ ਨੇ ਕਹਿ ਕੇ ਭੇਜਿਆ ਵੀ ਅਸੀਂ ਆਪਣੀਆਂ ਤਾਕਤਾਂ ਦੇ ਕੇ ਆਪਣੇ ਪੁੱਤਰ ਨੂੰ ਭੇਜ ਰਹੇ ਹਾਂ। ਬਾਦਸ਼ਾਹ ਨੂੰ ਆਖੋ ਵੀ ਜੇ ਕੋਈ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਡਾਊਟ ਹੈ, ਕੋਈ ਵੀ ਸ਼ੰਕਾ ਹੈ, ਤਾਂ ਉਹਦੀ ਨਿਰਵਿਰਤੀ ਕਰਾ ਲਵੇ। ਦੇਖਿਓ ਚਾਹੈ ਸੋ ਸਕਲ ਦਿਖੈ ਹੈ। ਆ ਜੋ ਦੇਖਣਾ ਚਾਹੁੰਦਾ ਹੈ, ਬਾਦਸ਼ਾਹ ਕਰਾਮਾਤ ਦੇਖਣੀ ਚਾਹੁੰਦਾ ਹੈ, ਸਾਡਾ ਸਾਹਿਬਜ਼ਾਦਾ ਉਹ ਕਰਾਮਾਤ ਦਿਖਾਵੇਗਾ। ਇਸ ਕੋ ਕਹਿਓ ਨਿਫਲ ਨਹਿ ਹੋਇਆ ਹੈ। ਬਾਬੇ ਰਾਮ ਰਾਏ ਦਾ ਕਿਹਾ ਹੋਇਆ ਬਚਨ ਨਿਸਫਲ ਨਹੀਂ ਜਾਵੇਗਾ। ਜੋ ਰਾਮ ਰਾਏ ਕਹੇਗਾ ਉਹ ਹੋ ਜਾਵੇਗਾ। ਅਪਰ ਸ਼ਾਹ ਕੋ ਕਾਜ ਨ ਕੋਈ। ਸੋ ਬਾਦਸ਼ਾਹ ਨੂੰ ਹੋਰ ਤਾਂ ਕੋਈ ਕੰਮ ਨਹੀਂ ਹੈ। ਜੋ ਵੀ ਕੋਈ ਗੁਰੂ ਘਰ ਪ੍ਰਤੀ ਸ਼ੰਕਾ ਪੁੱਛਣਾ ਹੈ, ਉਹ ਸਾਡੇ ਪੁੱਤਰ ਤੋਂ ਪੁੱਛ ਲੈ, ਸਾਨੂੰ ਮਿਲ ਕੇ ਕੀ ਕਰੇਗਾ। ਗੱਲ ਤਾਂ ਗੁਰਬਾਣੀ ਦੇ ਸੰਬੰਧ ਵਿੱਚ ਹੈ, ਗੁਰੂ ਘਰ ਦੀ ਮਰਜ਼ਾਦਾ ਦੇ ਸੰਬੰਧ ਵਿੱਚ ਹੈ, ਗੁਰੂ ਘਰ ਦੀ ਜੋ ਵਡਿਆਈ ਹੈ ਉਹਦੇ ਬਾਰੇ ਜੋ ਕੋਈ ਜਾਣਨਾ ਚਾਹੁੰਦਾ ਹੈ ਤਾਂ ਉਹ ਸਾਡੇ ਪੁੱਤਰ ਤੋਂ ਜਾਣ ਲਵੇ। ਮਿਲਨ ਹਮਾਰੋ ਜਿਸ ਤੇ ਹੋਈ। ਹਾਂ, ਜੇ ਕੋਈ ਹੋਰ ਕੰਮ ਹੁੰਦਾ, ਸਾਡਾ ਮਿਲਣਾ ਜ਼ਰੂਰੀ ਹੁੰਦਾ, ਅਸੀਂ ਮਿਲ ਲੈਂਦੇ। ਇਸ ਕਰਕੇ ਅਸੀਂ ਹੁਣ ਬਾਦਸ਼ਾਹ ਨੂੰ ਨਹੀਂ ਮਿਲਣਾ। ਸ਼ਾਹ ਜੋ ਬਾਂਛਤ ਹਮਨੇ ਭੇਜਾ। ਜੋ ਬਾਦਸ਼ਾਹ ਨੂੰ ਚਾਹੀਦਾ ਅਸੀਂ ਪੁੱਤਰ ਆਪਣਾ ਭੇਜ ਦਿੱਤਾ ਹੈ ਉਹਦੀ ਥਾਂ ਤੇ। ਬਿਨ ਸੰਸੈ ਨਿਜ ਸੰਗ ਸੋ ਲੈ ਜਾ। ਸੋ ਸਾਡੇ ਪੁੱਤਰ ਨੂੰ ਨਾਲ ਲੈ ਜਾ। ਜੋ ਵੀ ਤੂੰ ਭਾਈ ਬਾਦਸ਼ਾਹ ਨੂੰ ਕੋਈ ਗੱਲਬਾਤ ਕਰਾਣੀ, ਇਹਦੇ ਕੋਲੋਂ ਕਰਵਾ ਲਵੋ। ਤਿਨ ਕੋ ਪੁੱਤਰ ਸੰਗ ਮਮ ਆਇਓ। ਸੋ ਦੂਤ ਨੇ ਕਿਹਾ, ਹੈ ਜਾਂ ਪਨਾਹ ਹੈ ਸ਼ਹਿਨਸ਼ਾਹ, ਆਪ ਜੀ ਦੇ ਹੁਕਮ ਦੇ ਮੁਤਾਬਕ ਮੈਂ ਗਿਆ ਸੀ। ਗੁਰੂ ਜੀ ਆਪ ਤਾਂ ਨਹੀਂ ਆਏ, ਆਪਣਾ ਪੁੱਤਰ ਭੇਜ ਦਿੱਤਾ ਹੈ। ਨਰਬਾਹਨ ਕਹ ਬਹੁ ਸਮਦਾਇਓ। ਨਾਲ ਹਾਥੀ ਘੋੜੇ ਤੇ ਫੌਜਾਂ, ਬਹੁਤ ਸਾਰੇ ਸਿੱਖ ਕੀਰਤਪੁਰ ਸਾਹਿਬ ਤੋਂ ਆ ਰਹੇ ਨੇ। ਯਾਨੀ ਬਾਬਾ ਰਾਮ ਰਾਏ ਇਕੱਲਾ ਦੁਕੱਲਾ ਨਹੀਂ ਆ ਰਿਹਾ, ਉਹਨਾਂ ਦੇ ਨਾਲ ਬੜੇ ਬੜੇ ਗੁਰੂ ਘਰ ਦੇ ਪਤਵੰਤੇ ਸੱਜਣ, ਗੁਰਸਿੱਖ, ਮਸੰਦ ਔਰ ਫੌਜ ਦੇ ਸਿਪਾਹੀ ਅਤੇ ਸੰਗਤਾਂ ਆ ਰਹੀਆਂ ਨੇ। ਸੁਨਨੋ ਰੰਗ ਨੇ ਹਿਰਦੇ ਵਿਚਾਰੀ। ਔਰ ਔਰੰਗਜ਼ੇਬ ਨੇ ਇਹ ਮਨ ਵਿੱਚ ਵਿਚਾਰ ਕੀਤੀ ਹੈ ਜੋ ਹਮ ਬਾਂਛਤ ਹਿਰਦੇ ਮਝਾਰੀ। ਵੀ ਜੋ ਅਸੀਂ ਚਾਹੁੰਦੇ ਸੀ ਕਰਾਮਾਤ ਦੇਖਣੀ, ਉਹ ਗੱਲ ਬਣ ਗਈ ਹੈ। ਸੋ ਦਿਖ ਰਾਵਨ ਕੋ ਚਲ ਆਇਓ। ਉਹ ਦਿਖਾਉਣ ਵਾਸਤੇ ਕਰਾਮਾਤ ਗੁਰੂ ਦਾ ਪੁੱਤਰ ਆ ਗਿਆ ਹੈ। ਆਪਾਂ ਹੁਣ ਕਰਾਮਾਤਾਂ ਦੇਖਾਂਗੇ। ਪਿਤਾ ਪੁੱਤਰ ਮਹਿ ਭੇਦ ਨ ਪਾਇਓ। ਪਿਓ ਪੁੱਤਰ 'ਚ ਕੋਈ ਫਰਕ ਨਹੀਂ ਹੁੰਦਾ, ਪਿਓ ਦਾ ਨਵਾਂ ਰੂਪ ਹੀ ਪੁੱਤਰ ਹੁੰਦਾ ਹੈ। ਜੇਕਰ ਇਸ ਤੇ ਕਾਜ ਨ ਸਰੈ। ਜੇ ਪੁੱਤਰ ਕੋਲੋਂ ਕੰਮ ਨਾ ਸਰਿਆ, ਫਿਰ ਪਿਤਾ ਨੂੰ ਬੁਲਾ ਲਵਾਂਗੇ। ਹਾਂਜੀ, ਬਹਰ ਹਕਾਰਨ ਤਿਸ ਕਹ ਕਰੈ। ਫਿਰ ਗੁਰੂ ਸਾਹਿਬ ਨੂੰ ਬੁਲਾ ਲਾਂਗੇ, ਸਤਵੇਂ ਪਾਤਸ਼ਾਹ ਜੀ ਨੂੰ। ਅਰੇ ਨ ਰਹਿ ਆਏ ਬਿਨ ਦੇਰ। ਹਾਂ, ਮੇਰੇ ਸਾਹਮਣੇ ਕੌਣ ਅੜ ਸਕਦਾ। ਜੇ ਮੈਂ ਆਪਣੀ ਆਈ ਤੇ ਆਇਆ ਤੇ ਬੁਲਾ ਹੀ ਲਵਾਂਗਾ, ਬਿਨਾਂ ਦੇਰੀ ਦੇ ਆਉਣਗੇ। ਜਿਨਹੁ ਪਠਿਓ ਸੁਤ ਸ਼ਕਤ ਬਡੇਰ। ਜਿਨ੍ਹਾਂ ਨੇ ਆਪਣਾ ਪੁੱਤਰ ਸ਼ਕਤੀਆਂ ਕਰਾਮਾਤਾਂ ਨਾਲ ਭਰ ਕੇ ਭੇਜਿਆ, ਉਹ ਆਪ ਵੀ ਆਉਣਗੇ ਮੇਰੇ ਸੱਦੇ ਤੇ। ਜੇ ਲੋੜ ਪਈ ਤੇ ਬੁਲਾਵਾਂਗਾ, ਨਾ ਲੋੜ ਪਈ ਤੇ ਰਹਿਣ ਦਿਆਂਗੇ। ਹਾਂਜੀ, ਇਮ ਵਿਚਾਰ ਕੇ ਮਨ ਚ ਪਠਾਏ। ਇਹ ਵਿਚਾਰ ਕੇ ਬੰਦੇ ਭੇਜ ਦਿੱਤੇ। ਸ਼ੁਭ ਸਥਾਨ ਡੇਰਾ ਕਰਵਾਏ। ਔਰ ਸਾਧ ਸੰਗਤ ਜੀ, ਜਿੱਥੇ ਮਜਨੂ ਦਾ ਟੇਲਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਥੇ ਚਰਨ ਪਾਏ ਹਨ। ਤੇ ਫਿਰ 6ਵੀਂ ਪਾਤਸ਼ਾਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਪੜਾਅ ਇਹੀ ਸੀਗਾ, ਮਜਨੂ ਦਾ ਟੇਲਾ। ਬਾਬਾ ਬੁੱਢਾ ਸਾਹਿਬ ਜੀ 1800 ਘੋੜਸਵਾਰਾਂ ਸਮੇਤ ਇੱਥੇ ਠਹਿਰੇ ਸਨ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਗਵਾਲੀਅਰ ਨੂੰ ਗਏ ਨੇ। ਤੇ ਇੱਥੋਂ ਫਿਰ ਬਾਬਾ ਜੀ ਹਿਸਾਰ ਵੱਲ ਚਲੇ ਗਏ ਸੀ ਫੌਜ ਲੈ ਕੇ। ਸੋ ਸਾਧ ਸੰਗਤ ਜੀ, ਇਹ ਮਜਨੂ ਦੇ ਟੇਲੇ ਤੇ ਬਾਬਾ ਰਾਮ ਰਾਏ ਜੀ ਪਹੁੰਚ ਗਏ ਹਨ। ਅਪਰ ਸੇਵਕ ਹੁਕਮ ਬਖਾਨਿਓ। ਔਰ ਉੱਥੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਡੇ ਵੱਡੇ ਅਫਸਰਾਂ ਨੂੰ ਹੁਕਮ ਦਿੱਤਾ ਵੀ ਗੁਰੂ ਦਾ ਪੁੱਤਰ ਆਇਆ ਹੈ, ਸੇਵਾ ਦਾ ਬੰਦੋਬਸਤ ਕਰੋ। ਘੋੜਿਆਂ ਵਾਸਤੇ ਘਾਹ ਪੱਠਾ, ਲੰਗਰ ਵਾਸਤੇ ਰਾਸ਼ਨ ਪਾਣੀ ਭੇਜੋ। ਬਾਂਛਤ ਵਸਤੂ ਦੇਹੁ ਮਹਾਨਿਓ। ਜੋ ਜੋ ਵਸਤੂ ਚਾਹੀਦੀ ਹੈ ਉਹ ਭੇਜ ਦਿਓ। ਸੋ ਸਾਧ ਸੰਗਤ ਜੀ, ਦਿੱਲੀ 'ਚ ਬਾਬਾ ਰਾਮ ਰਾਏ ਜੀ ਪਹੁੰਚ ਗਏ ਨੇ ਤੇ ਮਜਨੂ ਦੇ ਟਿੱਲੇ ਗੁਰਦੁਆਰੇ 'ਚ ਛਾਉਣੀ ਪਾ ਲਈ ਹੈ ਯਮੁਨਾ ਦੇ ਕੰਢੇ ਤੇ। ਉੱਥੇ ਕੀ ਕੁਝ ਕੌਤਕ ਹੋਣਗੇ, ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।